ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈ ਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ ਬਾਰ ਸ਼ਲੋਕਾਂ ਨਾਲ। ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸ ਰਾਜੇ ਕੀ ਧੁਨੀ। ਸ਼ਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਆਪਾਂ ਇੱਥੋਂ ਕੁਦਰਤ ਦੀ ਰਹਿਮਤ ਲੈਣੀ ਹੈ, ਜਿਹਦੀ ਖਾਤਰ ਆਪਾਂ ਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਇਹ ਆਸਾ ਕੀ ਵਾਰ ਕੀ ਹੈ? ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22-12 ਤੇਵੀਂ ਵਧੀਕ, ਪਰ ਆਪਾਂ ਗਣਤ ਨਾ ਸੁੱਟੀਏ। ਕਈ ਵਾਰੀ ਜ਼ਿਆਦਾ ਇਹ ਧਿਆਨ ਲਾ ਲੈਂਦੇ ਹਾਂ ਵੀ ਇਹਦੇ ਵਿੱਚ ਆਹ ਲਿਖਿਆ, ਯਾਦ ਰੱਖਣਾ, ਆਹ ਪੰਕਤੀ ਉੱਥੇ ਉਹ ਯਾਦ ਰੱਖਣੀ ਹੈ, ਉਹ 'ਚ ਮਾਹਰ ਹੋ ਜਾਂਦੇ ਹਾਂ ਅਸੀਂ। ਪਰ ਸਾਡਾ ਟਾਰਗੇਟ ਇੱਕ ਹੀ ਹੈ, ਸ਼ਬਦ ਬੋਧ। ਸ਼ਬਦ ਭੇਦ ਬੂਝੇ ਜੇ ਕੋਈ, ਨਾਨਕ ਤਾਂ ਕੀ ਪਰਮ ਗਤੀ ਹੋਏ। ਪਰਮ ਗਤੀ ਖਾਤਰ ਆਪਾਂ ਨੂੰ ਇਹ ਦੇਹੀ ਮਿਲੀ ਹੈ। ਅੰਦਰਲੀ ਬਾਹਰਲਾ ਸਰੀਰ ਜੈ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਇਹ ਭਗਤੀ ਵੱਖਰੀ ਹੈ ਭਾਈ ਸੰਸਾਰ 'ਚੋਂ। ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾ ਆਏ। ਇਹ ਆਪਾਂ ਸ਼ੁਰੂ ਕਰਨ ਲੱਗੇ ਹਾਂ, ਜਿੰਨੀ ਕੁਦਰਤ ਨੇ ਆਪਾਂ ਨੂੰ ਮੱਤ ਬਖਸ਼ੀ ਹੈ। ਪਹਿਲਾਂ ਤਾਂ ਆਪਾਂ ਇਹਨੂੰ ਵਿਚਾਰੀਏ ਵੀ ਆਪਾਂ ਰੋਜ਼ ਇਹਦਾ ਕੀਰਤਨ ਗੁਰੂ ਘਰਾਂ ਦੇ ਵਿੱਚ ਮਰਿਆਦਾ ਅਨੁਸਾਰ ਕਰਦੇ ਹਾਂ। ਸਮਝੀਏ ਆਪਾਂ, ਬਾਣੀ ਸਮਝ ਦਾ ਵਿਸ਼ਾ ਹੈ। ਪਰ ਅਸੀਂ ਗੁਰੂ ਘਰ ਜਾਂ ਧਾਰਮਿਕ ਸਮਾਗਮ 'ਤੇ ਕਿਤੇ ਵੀ ਜਾਂਦੇ ਹਾਂ, ਅਸੀਂ ਇਹਨੂੰ ਸਮਝਣ ਨਹੀਂ ਜਾਂਦੇ। ਸਮਝਣ ਦਾ ਸਾਡਾ ਵਿਸ਼ਾ ਹੀ ਨਹੀਂ ਹੈਗਾ, ਕਿਉਂਕਿ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਤਾਂ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਜੋ ਅਸੀਂ ਨੂੰ ਪੜ੍ਹ ਵਿਚਾਰ ਰਹੇ ਹਾਂ ਉਹ ਆਪਦੀ ਮੱਤ ਨਾਲ ਅਸੀਂ ਅਰਥਾ ਦਿੰਦੇ ਹਾਂ ਉਹਨੂੰ। ਜਿਵੇਂ ਆਪਾਂ ਇਹਨੂੰ ਕੀਰਤਨ ਦਾ ਦਰਜਾ ਦਿੱਤਾ ਵਾ, ਉਹ ਵੀ ਆਪਦੀ ਮੱਤ ਨਾਲ। ਪਰ ਜੇ ਆਪਾਂ ਗੁਰ ਕੀ ਮੱਤ ਨਾਲ ਲਈਏ, ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਇਹ ਧਿਆਨ ਦਾ ਵਿਸ਼ਾ ਹੈ। ਕੀਰਤਨ ਤੋਂ ਭਾਵ ਕਿਰਤੀ। ਜਦ ਤੱਕ ਸਾਡਾ ਮਾਇਆ 'ਚੋਂ ਧਿਆਨ ਨਹੀਂ ਹਟਦਾ, ਆਪਦੇ ਮੂਲ ਹਰ 'ਚ ਸਮਾਉਂਦਾ ਨਹੀਂ, ਕਿਵੇਂ ਅਸੀਂ ਇਹ ਕਿਰਤੀ ਕਰ ਸਕਦੇ ਹਾਂ? ਸਤਿਗੁਰ ਤਾਂ ਸਮਝਾਉਂਦੇ ਨੇ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਈ ਵਿਚਾਰੋ। ਜਿਹੜਾ ਅਸੀਂ ਕੀਰਤਨ ਕਰਦੇ ਹਾਂ ਔਰ ਬਾਣੀ ਕੀਰਤਨ ਕਹਿੰਦੀ ਹੈ, ਕਿਰਤੀ ਕਹਿੰਦੀ ਹੈ, ਉਹ ਕੀ ਹੈ? ਉਹ ਵਿਚਾਰ ਹੈ। ਸਤਿਗੁਰ ਤਾਂ ਸਮਝਾਉਂਦੇ ਆ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਈ ਵਿਚਾਰੋ। ਉਹਦੇ ਹਿਰਦੇ 'ਚ ਤਾਂ ਕਰਤੇ ਕੀ ਵਿਚਾਰ ਹੁੰਦੀ ਆ। ਹੁਣ ਆਪਾਂ ਇਹਨੂੰ ਸਮਝੀਏ ਵੀ ਕੀਰਤਨ ਹੈ ਕੀ। ਜਿਹੜਾ ਅਸੀਂ ਕੀਰਤਨ ਸਮਝੀ ਬੈਠੇ ਹਾਂ ਉਹ ਸਾਡੀ ਮਾਨਵ ਸੋਚ ਹੈ, ਸਾਡੀ ਅਵਸਥਾ ਕਹਿ ਲਈਏ। ਇਹ ਰਾਗ ਹੈ, ਬਾਣੀ ਇਹਨੂੰ ਰਾਗ ਕਹਿੰਦੀ। ਜਿਹੜਾ ਗਾਉਣਾ ਹੁੰਦਾ ਇਹਨੂੰ ਰਾਗ ਕਹਿੰਦੀ ਹੈ। ਕੋਈ ਗਾਵੇ ਰਾਗੀ ਨਾਦੀ ਬੇਦੀ ਮੋਹ ਭਾਤ ਕਰ ਨਾ ਭੀਜੇ ਰਾਮ। ਇਹਨੂੰ ਆਪਾਂ ਸਮਝਣਾ ਸੀਗਾ, ਪਰ ਅਸੀਂ ਸਮਝਾਂਗੇ ਤਾਂ ਜੀ ਉਹਦੀ ਕਿਰਪਾ ਰਹਿਮਤ ਹੋ। ਉਹ ਤਾਂ ਲਈਏ ਨਹੀਂ, ਇਸ ਤਾਂ ਲੋਕਾਂ 'ਤੇ ਕਿਰਪਾ ਰਹਿਮਤ ਕਰਨ ਲੱਗ ਗਏ ਨਾ। ਕਿਰਾਏ ਪੈ ਗਏ, ਅਸੀਂ ਕਿਰਾਏ ਫਿਰ ਪੈ ਗਏ
ਬੁੱਢਾ ਕੁੱਥੇ ਨਾਨਕਾ, ਮੂਹਰੋਂ ਰਾਹ ਭੁੱਲ ਗਏ, ਅੱਗਿਓਂ ਹੀ ਰਾਹ ਭੁੱਲ ਗਏ, ਤੇ ਫਿਰ ਸਿੱਧਾ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਸੀ? ਮੰਜ਼ਿਲ 'ਤੇ ਤਾਂ ਆਪਾਂ ਤਾਂ ਪਹੁੰਚਾਂਗੇ ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। ਜਿਵੇਂ ਨਦੀਆਂ ਭਵੇ ਸਮੁੰਦਰਾਂ ਜਾਣੀਏ, ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਲੇਕਿਨ ਇੱਕ ਦਿਨ ਸਮੁੰਦਰ 'ਚ ਲੈ ਹੋ ਜਾਂਦੇ ਨੇ। ਪਰ ਅਸੀਂ ਤਾਂ ਇਹ ਮੰਨ ਕੇ ਚੱਲੇ ਨਹੀਂ ਵੀ ਗੁਰੂ ਦੇ ਚਰਨਾਂ 'ਚ ਪਹੁੰਚਣਾ, ਗੁਰਦਰਸ਼ਨ ਕਰਨਾ। ਰੋਜ਼ ਕਹਿੰਦੇ ਵੀ ਆ, ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਕਿਵੇਂ ਪਹੁੰਚੀਏ ਫਿਰ? ਉਹੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਪਹਿਲੀ ਪੌੜੀ 'ਚ। ਆਪਾਂ ਅਵਸਥਾ ਬਾਰੇ ਸਮਝ ਲਈਏ। ਜਦੋਂ ਗੁਰੂ ਦੇ ਚਰਨ ਅਸੀਂ ਬਾਣੀ ਨਾਲ ਜੁੜਦੇ ਹਾਂ, ਸਾਡੀਆਂ ਅਵਸਥਾ ਬਦਲਦੀਆਂ ਚਲੀਆਂ ਜਾਂਦੀਆਂ ਨੇ। ਬਾਣੀ ਵਿੱਚ ਜਿੰਨੀਆਂ ਵੀ ਸਾਨੂੰ ਸਟੇਜਾਂ ਸਮਝਾਈਆਂ ਨੇ, ਯੁੱਗ, ਲਾਵਾਂ, ਬਾਣੀਆਂ, ਪਦਾਰਥ, ਇਹ ਸਾਰੇ ਜਿਹੜੇ ਹੈਗੇ ਆ, ਇਹ ਅਵਸਥਾ ਦੇ ਨਾਂ ਨੇ। ਯੁੱਗ ਉਹ ਕਿਵੇਂ ਸਮਝਾਂਗੇ? ਪਰ ਅਸੀਂ ਤਾਂ ਸਤਿਗੁਰਾਂ ਨੂੰ ਉਪਦੇਸ਼ ਕਰਨ ਲੱਗ ਗਏ ਗੁਰੂ ਘਰਾਂ 'ਚ ਜਾ ਕੇ, ਜਦ ਕਿ ਬਾਣੀ ਸੁਣਨੀ ਸੀ, ਸੁਣਨ ਤੋਂ ਬਾਅਦ ਵਿਚਾਰਨੀ ਸੀ। ਫਿਰ ਕਿਵੇਂ ਸਾਨੂੰ ਸਮਝ ਆਵੇ? ਇਹ ਪਹਿਲੀ ਅਵਸਥਾ ਹੈ ਆਪਣੀ ਧਰਮ ਦੀ ਦੁਨੀਆ ਦੇ ਵਿੱਚ, ਸ਼ੁਰੂਆਤ ਕਹਿ ਲਈਏ। ਜਦੋਂ ਸਾਨੂੰ ਗੁਰਸ਼ਬਦ 'ਚੋਂ ਗਿਆਨ ਹੁੰਦਾ ਹੈ, ਉਦੋਂ ਸਾਡਾ ਜੀਵਨ ਜਿਹੜਾ ਹੈਗਾ, ਆਤਮਿਕ ਸਫ਼ਰ ਕਹਿ ਲਈਏ, ਸ਼ੁਰੂ ਹੁੰਦਾ ਵਾ। ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ। ਗੁਰਚਰਨ ਤੋਂ ਭਾਵ ਬਾਣੀ ਦੇ ਗੁਰ ਕੇ ਚਰਨ ਨੇ। ਜਿਹੜੀ ਰਾਗ ਦੀ ਅਵਸਥਾ ਆਪਾਂ ਇਹਨੂੰ ਵਿਚਾਰੀਏ, ਇਹ ਮਨ ਦੀ ਪਹਿਲੀ ਅਵਸਥਾ ਹੈ। ਜੋ ਧਰਮ ਦੀ ਦੁਨੀਆ 'ਚ ਆਉਂਦਾ ਰਾਗ, ਜਦੋਂ ਗੁਰ ਸ਼ਬਦ ਦਾ ਗਿਆਨ ਇਹਨੂੰ ਹੋ ਜਾਂਦਾ ਹੈ, ਪਰ ਗੁਰ ਸ਼ਬਦ ਦੇ ਗਿਆਨ ਦੀ ਕੋਸ਼ਿਸ਼ ਨਹੀਂ ਕਰਦਾ, ਇਹ ਤਾਂ ਵੱਡਾ ਬਣਨਾ ਚਾਹੁੰਦਾ ਹੈ। ਵੱਡਾ ਬਣਦਾ ਬਣਦਾ ਫਿਰ ਨਰਕਾਂ ਨੂੰ ਚਲਿਆ ਜਾਂਦਾ ਹੈ। ਆਪਦੇ ਆਪ ਨੂੰ ਉੱਚ ਅਵਸਥਾ ਵਾਲਾ ਮੰਨ ਲੈਂਦਾ ਹੈ। ਇਸ ਕਰਕੇ ਇਹਦਾ ਜਿਹੜਾ ਜੀਵਨ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ। ਦੇਖਦੇ ਹੀ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੈ ਹੀ। ਇਹ ਪਹਿਲੀ ਅਵਸਥਾ ਹੈ ਰਾਗ। ਜਦੋਂ ਅਸੀਂ ਕਿਰਪਾ ਰਹਿਮਤ ਲੈਂਦੇ ਹਾਂ ਗੁਰਸ਼ਬਦ ਦੀ ਵਿਚਾਰ ਤੋਂ, ਗੁਰਚਰਨ ਨਾਲ ਜੁੜਦੇ ਹਾਂ, ਬਾਣੀ ਨੂੰ ਸਮਝਣ ਲੱਗਦੇ ਹਾਂ, ਫਿਰ ਸਾਡੀ ਅਵਸਥਾ ਬਦਲਦੀ ਹੈ। ਦੂਜੀ ਅਵਸਥਾ ਆ ਜਾਂਦੀ ਹੈ ਵੈਰਾਗ। ਮਨ ਕਿਉਂ ਵੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਵੈਰਾਗ ਤੋਂ ਭਾਵ ਚੁੱਪ ਹੋ ਜਾਣਾ, ਮਨ ਦਾ ਸ਼ਾਂਤ ਹੋ ਜਾਣਾ। ਕਿਵੇਂ ਮਨ ਸ਼ਾਂਤ ਹੋਊਗਾ ਭਾਈ? ਕਿਉਂਕਿ ਗੁਰ ਸ਼ਬਦ ਦੇ ਵਿੱਚ ਜਿਹੜਾ ਸਾਨੂੰ ਪਹਿਲਾਂ ਗਿਆਨ ਮਿਲਦਾ, ਉਹ ਸਾਡਾ ਪਹਿਲਾ ਪਦਾਰਥ ਹੈ। ਗਿਆਨ ਦੇ ਨਾਲ ਸਾਨੂੰ ਮੁਕਤੀ ਮਿਲ ਜਾਂਦੀ ਹੈ। ਦੂਆ ਪਦਾਰਥ ਚੁੱਪ ਹੋ ਜਾਂਦਾ ਹੈ ਮਨ। ਇਹ ਜਿਹੜੇ ਚੁੱਪ ਹੋ ਜਾਂਦੇ ਨੇ, ਗੁਰਸਿੱਖ ਸੰਗਤ ਕੋਈ ਵੀ ਹੋਵੇ, ਚੌਂ ਵਰਨਾ ਕੋ ਉਪਦੇਸ਼ ਸਾਂਝਾ, ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਪਰ ਪਤਾ ਨਹੀਂ ਲੱਗਦਾ, ਉਹਨੂੰ ਹੀ ਪਤਾ ਲੱਗਦਾ ਵਾ ਜਿਹੜੀ ਇਹ ਮਾਰਗ 'ਤੇ ਚੱਲਦੇ ਨੇ। ਆਪਾਂ ਉਸ ਲੋਕ ਵੀ ਪੜ੍ਹਦੇ ਹਾਂ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ। ਇੱਕ ਹੁਣ ਜੀਵ ਆਇਆ, ਪਰ ਜੇ ਗਿਆਨ ਲਊਗਾ ਤਾਈਓ ਇਹਦੀ ਅਵਸਥਾ ਬਦਲੂਗੀ। ਇਹ ਤਾਂ ਆਪਦੀ ਬੁੱਧੀ ਨਾਲ ਅਰਥਾ ਰਿਹਾ, ਸਾਰੇ ਅਰਥਾ ਰਹੇ ਹਾਂ ਅਸੀਂ। ਸਾਡੀ ਬੁੱਧੀ ਦਾ ਵਿਸ਼ਾ ਹੈਗਾ ਕਿੱਥੇ ਗੁਰ ਕੀ ਮਤ, ਕਿੱਥੇ ਸਾਡੀ ਮਤ। ਅਸੀਂ ਸੰਸਾਰੀ ਜੀਵ ਕਾਲ ਬਸ। ਗੁਰੂ ਕਾਲ ਤੋਂ ਮੁਕਤ, ਉਹ ਸੱਚਖੰਡ ਵਾਸੀ, ਅਸੀਂ ਨਰਕ ਦੇ ਵਾਸੀ। ਪਰ ਕਰਦੇ ਹਾਂ ਗੁਰੂ ਦੀ ਬਰਾਬਰੀ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਿਆ ਅੱਗੇ ਆ ਜਾਣਾ ਆਪਾਂ ਨੂੰ ਆਸਾ ਦੀ ਵਾਰ ਦੇ ਵਿੱਚ। ਫਿਰ ਉਹ ਦੂਜੀ ਅਵਸਥਾ ਸਾਡੀ, ਜਦੋਂ ਮਨ ਚੁੱਪ ਕਰ ਜਾਂਦਾ। ਦੋ ਪਦਾਰਥ ਮਿਲੇ ਤੋਂ ਬਿਨਾਂ ਕਿਵੇਂ ਚੁੱਪ ਕਰ ਜੂਗਾ ਇਹ? ਜਪਜੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਚੁੱਪੇ ਚੁੱਪ ਨਾ ਹੋਵੀ। ਚੁੱਪ ਨਹੀਂ ਕਰਦਾ ਮਨ, ਸਿਆਣਾ ਬਣਦਾ ਵੱਡਾ। ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੀ। ਇਹਨਾਂ ਦੀ ਸਿਆਣਪ ਇੱਕ ਨਹੀਂ ਚੱਲਦੀ ਜਦੋਂ ਕਾਲ ਆਉਂਦਾ ਵਾ, ਪਰ ਫਿਰ ਵੀ ਨਹੀਂ ਹਟਦਾ। ਫਿਰ ਜਦੋਂ ਅਵਸਥਾ ਦੇ ਵਿੱਚ ਦੋ ਪਦਾਰਥਾਂ ਤੋਂ ਬਾਅਦ ਇਹ ਸ਼ਾਂਤ ਰਹਿੰਦਾ, ਉਹਨੂੰ ਦੇਵਲੋਕ ਕਿਹਾ ਗਿਆ। 10ਵਾਂ ਦਵਾਰ ਖੁੱਲ੍ਹ ਜਾਂਦਾ ਇਹਦਾ। 10ਵਾਂ ਦਵਾਰ ਤਾਂ ਖੁੱਲ੍ਹ ਹੀ, ਅਸੀਂ ਸਾਡੀ ਪਿੱਠ ਕੀਤੀ ਇਹ ਸੀਗੀ। ਉਹ ਨਿਰਾਕਾਰ ਭਾਵਾਕਾਰ ਤੋਂ ਰਹਿਤ ਸਾਨੂੰ ਬਾਣੀ ਉਹਦਾ ਤਾਂ ਗਿਆਨ ਕਰਾ ਰਹੀ ਹੈ। ਯੁੱਗ ਮੇ ਏਕੇ ਕੋ ਆਇਆ, ਜਨਮਤ ਮੋਹਿਆ ਮੋਹਣੀ ਮਾਇਆ। ਮਾਇਆ ਤੋਂ ਸਾਨੂੰ ਕੱਢ ਰਹੀ ਹੈ, ਅਸੀਂ ਮਾਇਆ ਦੇ ਦਲਦਲ ਦੇ ਵਿੱਚ ਨੂੰ ਜਾਂਦੇ ਹਾਂ। ਆਪਦੀ ਸਿਆਣਪ ਨਾਲ ਸਿਆਣਪ ਨਹੀਂ ਚੱਲਦੀ ਇੱਥੇ ਆ ਕੇ। ਕਿਤਾ ਗੁਰ ਕੀ ਮਤ ਲੈਣੀ ਹੈ, ਮਨ ਨੂੰ ਇਜਾਜ਼ਤ ਹੀ ਨਹੀਂ ਬੋਲਣ ਦੀ ਹੈਗੀ। ਪਰ ਇਸ ਤਾਂ ਸਾਰੇ ਹੀ ਅੱਜ ਗੁਰੂ ਬਣੇ ਬੈਠੇ ਆ, ਸਾਰੇ ਪ੍ਰਚਾਰਕ ਬਣੇ ਬੈਠੇ। ਦੇਖਦੇ ਹੀ ਹੈ, ਗੁਰੂ ਘਰਾਂ 'ਚ ਦੇਖ ਲਓ, ਧਰਮ ਸਮਾਗਮਾਂ ਦੇਖ ਲਓ, ਕਿਤੇ ਵੀ ਸੁਣਨ ਵਾਲਾ ਤਾਂ ਕੋਈ ਹੈ ਨਹੀਂ, ਸਾਰੇ ਸੁਣਾਉਣ ਵਾਲੇ ਨੇ। ਪਾਰ ਕੌਣ ਨਿਕਲੂਗਾ? ਜੋ ਇਹਨੂੰ ਸੁਣੂਗਾ। ਸੁਣੀਏ ਸਤ ਸੰਤੋਖ ਗਿਆਨ, ਫਿਰ ਇਹ ਪ੍ਰਾਪਤੀ ਹੋਣੀ ਹੈ ਭਾਈ। ਸੱਚ ਦਾ ਗਿਆਨ ਪਹਿਲਾ ਪਦਾਰਥ, ਸੰਤੋਖ ਮੁਕਤੀ ਇਹ ਦੋ ਪਦਾਰਥ, ਉਹਨੂੰ ਵੈਰਾਗ ਅਵਸਥਾ ਕਹਿੰਦੇ ਨੇ।
ਬੰਦਾ ਚੁੱਪ ਹੋ ਜਾਣਾ। ਇੱਥੋਂ ਵੀ ਮਾਨਵ ਸੋਚ ਨੇ ਬਹੁਤ ਫਿਰਕੇ ਬਣ ਗਏ। ਵੈਰਾਗੀ ਸਾਧੂ ਭੇਖ ਕਰਕੇ ਘਰ-ਬਾਰ ਛੱਡ ਜਾਣਾ, ਸੰਸਾਰ ਤੋਂ ਅਲੱਗ ਹੋ ਜਾਣਾ। ਉਹ ਭਾਈ ਸਰੀਰ ਕਰਕੇ ਹੋ ਗਏ ਅਸੀਂ, ਮਨ ਕਰਕੇ ਤਾਂ ਉੱਥੇ ਹੀ ਖੜ੍ਹੇ ਹਾਂ। ਜਿੰਨੇ ਧਰਮ ਕਰਮ ਅਸੀਂ ਕਰਦੇ ਹਾਂ ਸਾਰੇ ਹੀ ਅਸੀਂ ਸਰੀਰ ਕਰਕੇ ਕਰਦੇ ਹਾਂ। ਸਰੀਰ ਦੀ ਇਹ ਗਤੀ ਕਰੀ ਜਾਂਦੇ ਹਾਂ ਅਤੇ ਫਿਰ ਸਾਨੂੰ ਪ੍ਰਾਪਤ ਕੀ ਹੋਣਾ ਸੀ? ਕਾਲ ਨਹੀਂ ਫੜ ਕੇ ਲਿਜਾਣਾ ਸੀ। ਫਿਰ ਐਸੋ ਇਹ ਸੰਸਾਰ ਪੇਖ ਨਾ ਰਹਿਣ ਨ ਕੋ ਪਾਈਏ ਰੇ, ਸੂਦੇ ਸੂਦੇ ਰੇਗ ਚਲੋ ਨਤਰ ਕਧੱਕਾ ਦਵਾਈਏ ਰੇ। ਐਸਾ ਕਧੱਕਾ ਲੱਗਦਾ, ਇੱਕ ਧੱਕਾ 84 ਲੱਖ ਜੋਨੀ ਨੂੰ ਫਿਰ ਜਾਣਾ ਪਊ ਭਾਈ ਆਪਾਂ ਨੂੰ, ਜੇ ਆਪਾਂ ਹੁਣ ਸਿੱਧੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਨਹੀਂ ਚੱਲੇ। ਬੂੰਦ ਹੈ, ਬੂੰਦ ਨੇ ਸਮੁੰਦਰ 'ਚ ਸਮਾਉਣਾ। ਬੂੰਦ ਕੀ ਕਰਦੀ ਹੈ? ਸਮੁੰਦਰ ਦਾ ਵਿਰੋਧ ਕਰਦੀ ਹੈ। ਪਰ ਜਦੋਂ ਸਮੁੰਦਰ 'ਚ ਲੈ ਹੋ ਜਿਹਦਾ ਰੂਪ ਲੱਭ ਜੂ, ਨਹੀਂ ਭਾਈ, ਉਹੀ ਤਾਂ ਆਪਾਂ ਕਮਾਈ ਕਰਨੀ ਹੈ। ਟ੍ਰੇਨ 'ਚ ਬੈਠਾਂਗੇ ਤਾਂ ਸਫ਼ਰ ਸ਼ੁਰੂ ਹੋ ਜਾਊਗਾ ਭਾਈ। ਇਹ ਟ੍ਰੇਨ ਦੇ ਅੱਗੇ ਖੜਾਂਗੇ ਤਾਂ ਮੌਤ ਹੈ। ਹੁਕਮ ਦਾ ਵਿਰੋਧ ਕਰਨਾ, ਹੁਕਮ ਦੀ ਅਣਗਹਿਲੀ ਕਰਨੀ, ਨਾ ਸਮਝਣਾ, ਉਹੀ ਤਾਂ ਕਾਲ ਹੈ ਭਾਈ। ਫਿਰ ਇਹ ਦੂਜੀ ਅਵਸਥਾ 'ਤੇ ਅਸੀਂ ਪਹੁੰਚ ਜਾਂਦੇ ਹਾਂ। ਪਹਿਲਾਂ ਆਪਾਂ ਵਿਚਾਰੀ ਰਾਗੀ, ਜਦੋਂ ਰੌਲਾ ਪਾਉਂਦਾ ਮਨ। ਫਿਰ ਜਦੋਂ ਗਿਆਨ ਹੋ ਗਿਆ, ਸੰਤੋਖ ਮਿਲ ਗਿਆ, ਦੂਜੀ ਅਵਸਥਾ 'ਚ ਪਹੁੰਚ ਗਿਆ, ਮਨ ਚੁੱਪ ਕਰ ਗਿਆ, ਦੇਵ ਲੋਕ ਆਪਦੇ ਘਰ ਪਹੁੰਚ ਗਿਆ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਫਿਰ ਤੀਜਾ ਪਦਾਰਥ ਨਾਮ। ਜਦੋਂ ਨਾਮ ਦਾ ਦਰਸ਼ਨ ਹੁੰਦਾ ਹੈ, ਤੁਰਕੀ ਬਾਣੀ ਸੁਣਦੀ ਹੈ, ਫਿਰ ਇਹਦਾ ਜਨਮ ਹੁੰਦਾ ਹੈ ਭਾਈ। ਚੌਥਾ ਪਦਾਰਥ। 4 ਪਦਾਰਥ ਜੇ ਕੋ ਮੰਗੇ ਸਵਾਦ ਜਨਾ ਕੀ ਸੇਵਾ ਲਾਗੇ। ਜਿਹਨੂੰ ਚੌਥਾ ਪਦਾਰਥ ਪ੍ਰਾਪਤ ਹੋ ਜਾਂਦਾ ਹੈ, ਨਾਮ ਦਰਸ਼ਨ ਹੋ ਜਾਂਦਾ ਹੈ, ਜਨਮ ਹੋ ਜਾਂਦਾ ਹੈ, ਉਹ ਕੌਣ ਹੈ? ਸੱਚਖੰਡ ਵਸੇ ਅਨੁਰਾਗੀ। ਫਿਰ ਉਹ ਤੀਜੀ ਅਵਸਥਾ 'ਚ ਪਹੁੰਚਦਾ ਅਨੁਰਾਗੀ, ਭਾਵ ਹੁਕਮ ਅਨੁਸਾਰ ਚੱਲਦਾ। ਉਹ ਗੁਰਸਿੱਖ ਹੈ ਭਾਈ। ਉਹ ਗੁਰਸਿੱਖ ਨੇ ਕੋਈ ਵੀ ਹੋ ਸਕਦਾ ਹੈ, ਜਿਹੜੇ ਗੁਰਸ਼ਬਦ ਦੀ ਕਮਾਈ ਕਰਨਗੇ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਣਗੇ। ਇਹ ਅਵਸਥਾ ਬਾਰੇ ਆਪਾਂ ਵਿਚਾਰਿਆ। ਹੁਣ ਇਹ ਆਸਾ ਕੀ ਵਾਰ, ਇਹ 22-12 ਤੇਵੀਂ ਵਧੀਕ, ਇਹ ਜਿਹੜੀ ਵਿਚਾਰ 12 ਨੇ, ਉਹਨਾਂ ਨੂੰ ਵਿਚਾਰੀ ਆਪਾਂ। ਉਹਦੇ ਵਿੱਚ ਕੀ ਹੈ? ਉਹਦੇ ਵਿੱਚ ਵੀ ਤਾਂ ਇਹੀ ਸਮਝਾਇਆ ਹੋਇਆ, ਸ਼ਬਦ ਬੋਧ, ਸ਼ਬਦ ਦਾ ਗਿਆਨ। ਸਾਨੂੰ ਬਾਣੀ ਕੀ ਸਮਝਾਉਣਾ ਚਾਹੁੰਦੀ ਹੈ ਭਾਈ? ਇਹ ਸਰੀਰ 'ਚ ਰਹਿੰਦਾ ਤੂੰ ਆਪਦੀ ਜਿਹੜੀ ਕਮਾਈ ਕਰਨ ਆਇਆ ਵਾ, ਆਤਮਾ ਕਰਕੇ ਤੇਰੀ ਆਤਮਾ ਵਿਛੜ ਗਈ ਹੈ ਪਰਮਾਤਮਾ ਨਾਲੋਂ। ਹਰ ਦਾ ਦਰਸ਼ਨ ਕਰਨਾ ਹੈ, ਹਰ ਬਿਸਰਤ ਸਦਾ ਖੁਆਰੀ, ਉਹ ਤੂੰ ਪ੍ਰਾਪਤ ਕਰ ਲੈ। ਬਾਣੀ ਬਾਰ-ਬਾਰ ਸਾਨੂੰ ਦੋ ਹੀ ਪੱਖ ਸਮਝਾਉਂਦੀ ਹੈ। ਸੰਸਾਰ ਕੀ ਹੈ? ਝੂਠ। ਸੱਚਖੰਡ ਕੀ ਹੈ? ਸੱਚ। ਉਹ ਹਮੇਸ਼ਾ ਰਹਿਣ ਵਾਲਾ ਆਦਿ ਸੱਚ। ਇਸ ਕਰਕੇ ਤਾਂ ਆਦਿ ਸੱਚ ਨਾਲ ਯੁੱਗ ਨਹੀਂ ਲੱਗਦਾ, ਉਹ ਹਮੇਸ਼ਾ ਹੀ ਰਹਿੰਦਾ ਵਾ। ਯੁੱਗ ਜਦੋਂ ਸਮਾਂ ਸ਼ੁਰੂ ਹੋ ਜਾਂਦਾ, ਸੰਸਾਰ ਜਦ ਤੱਕ ਚੱਲਦਾ ਹੈ, ਉਦੋਂ ਹੁਕਮ ਦੀ ਲੋੜ ਪੈਂਦੀ ਹੈ, ਨਹੀਂ ਫਿਰ ਹੁਕਮ ਦੀ ਲੋੜ ਵੀ ਨਹੀਂ ਪੈਂਦੀ। ਸਾਰੇ ਉਹ ਸਮਾ ਜਾਂਦੇ ਨੇ ਜਾ ਕੇ। ਇਹ ਅਵਸਥਾ ਬਾਰੇ ਆਪਾਂ ਸਮਝਿਆ ਸੀਗਾ, ਰਾਗੀ, ਵੈਰਾਗੀ, ਅਨਰਾਗੀ। ਇਹ ਤੀਜੀ ਅਵਸਥਾ 'ਚ ਪਹੁੰਚਣਾ ਵਾ, ਪਰ ਆਪਾਂ ਪਹਿਲੀ 'ਚ ਹੀ ਫਸ ਜਾਂਦੇ ਹਾਂ। ਸਾਨੂੰ ਲੋਕ ਕਿੰਨਾ ਕੁ ਸੁਣਦੇ ਨੇ, ਕਿੰਨੇ ਖੁਸ਼ ਹੁੰਦੇ ਨੇ, ਕਿੰਨੀ ਸਾਡੀ ਸੰਸਾਰ ਦੇ ਵਿੱਚ ਵਾਹ, ਪਰ ਗੁਰੂਆਂ ਨੇ ਜਿਹੜੀ ਚੇਤਾਵਨੀ ਦਿੱਤੀ ਸੀ ਉਹ ਸਾਨੂੰ ਯਾਦ ਹੀ ਨਹੀਂ ਰਹੀ। ਸੰਸਾਰ ਕੀ ਵਡਿਆਈਆਂ ਅੱਗੀ ਸੇਤੀ ਜਾਲ, ਇਹ ਜਲਨੀ ਜਗ ਜਾਲਿਆ ਜੇ ਦਿੱਤਾ ਨਾਮ ਵਿਸਾਰ। ਨਾਮ ਦੀ ਖਾਤਰ ਸਾਨੂੰ ਇਹ ਭਾਈ ਮਿਲਿਆ ਸੀਗਾ ਮੌਕਾ, ਉਹ ਅਸੀਂ ਗਵਾ ਲਿਆ ਸੰਸਾਰ ਦੀ ਵਡਿਆਈ ਖਾਤਰ। ਨਹੀਂ ਭਾਈ, ਇਹ ਕੰਮ ਨਹੀਂ ਕਰਨਾ। ਇਹ ਅਵਸਥਾ ਬਾਰੇ ਆਪਾਂ ਨੂੰ ਬਾਣੀ ਸਮਝਾ ਰਹੀ ਹੈ। ਗੁਰੂ ਭਗਤ ਸਾਹਿਬਾਨਾਂ ਦਾ ਮਾਰਗ ਹੈ। ਰਹਿਮਤ ਲੈਣੀ ਆਪਾਂ, ਕਿਰਪਾ ਕਿਸੇ 'ਤੇ ਨਹੀਂ ਕਰਨੀ, ਆਪ ਲੈਣੀ ਹੈ। ਪਹਿਲਾਂ ਆਪ ਜਪੇ ਅਵਰੇ ਨਾਮ ਜਪਾਵੇ। ਇਹ ਆਪਾਂ ਤਿੰਨੇ ਅਵਸਥਾ ਬਾਰੇ ਸਮਝਿਆ। ਹੁਣ ਜੇ ਆਪਾਂ ਪਹਿਲੀ ਵਾਰ ਲਈਏ, ਸ਼ਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਤੇਰੇ ਪਿਆਰ। ਉਹੀ ਵੀ ਤਾਂ ਵਾਰ ਸਾਨੂੰ ਉਪਦੇਸ਼ ਕਰ ਰਹੀ ਹੈ। ਕੀ ਉਪਦੇਸ਼ ਕਰ ਰਹੀ ਹੈ? ਸੱਚ ਨਾਲ ਪ੍ਰੇਮ ਕਰਨ ਨੂੰ ਕੀ? ਅਸੀਂ ਝੂਠ ਨਾਲ ਪ੍ਰੇਮ ਕਰਦੇ ਹਾਂ। ਸਦਾ ਹਰ ਸੱਚ ਮਨ ਵਸੇ, ਨਿਹਚਲ ਮਤ ਉਪਾਰੇ। ਐਸੀ ਮਤ ਹੈ, ਇਹ ਤੇ ਕਾਲ ਨਹੀਂ ਹੈਗਾ, ਇਹ ਮਾਇਆ ਤੋਂ ਪਰੇ ਹੈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਅਸੀਂ ਮਾਇਆ ਕਿਵੇਂ ਪਾਰ ਕਰ ਜਾਂਗੇ ਆਪਦੀ ਮੱਤ ਨਾਲ? ਅੱਜ ਤਾਂ ਰੋਜ਼ ਦਲ ਦੇ ਵਿੱਚ ਨੂੰ ਜਾ ਰਹੇ ਹਾਂ ਭਾਈ। ਇਹ ਰਾਗ ਹੈ ਆਪਣਾ। ਪਹਿਲਾਂ ਜਿਹੜੇ ਆਪਾਂ ਨੂੰ 8 ਗੁਣ ਦੱਸੇ ਗਏ ਨੇ ਮੂਲ ਮੰਤਰ ਦੇ, ਪ੍ਰਾਪਤੀ ਕੀ ਹੈ? ਗੁਰ ਪ੍ਰਸਾਦ, ਗੁਰਦੇਵ ਦੀ ਕਿਰਪਾ, ਗਿਆਨ ਰੂਪ ਦੇਵ ਦੀ ਕਿਰਪਾ। ਕਾਮ ਕ੍ਰੋਧ ਲੋਭ ਮੋਹ ਬਿਨ ਸਜਾਹੇ ਅੰਬੇਬ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਉਹ ਗੁਰਦੇਵ ਦੀ ਕਿਰਪਾ ਲੈਣੀ ਸੀ ਵੀ ਸਾਡਾ ਇਹ ਵਿਕਾਰਾਂ ਤੋਂ ਖਹਿੜਾ ਛੁੱਟ ਜੇ, ਪਰ ਅਸੀਂ ਤਾਂ ਹਲੇ ਸਰੀਰ ਕਰਕੇ ਪੂਰਨ ਬੰਨੀ ਬੈਠੇ ਆਪਦੇ ਆਪ ਨੂੰ। ਗੁਣ ਸਾਡੇ 'ਚ ਕੋਈ ਵੀ ਨਹੀਂ ਹੋਇਆ। ਗੁਣਾਂ ਦੀ ਪ੍ਰਾਪਤੀ ਕਰਨੀ ਉਹ ਸਾਨੂੰ ਕੋਈ ਯਾਦ ਨਹੀਂ। ਹਰ ਬਿਸਰਤ ਸਦਾ ਕੁਵਾਰੀ,
ਹਰ ਦਾ ਦਰਸ਼ਨ ਕਿਵੇਂ ਹੋਊ ਭਾਈ? ਹਰ ਬਿਸਰ ਤੇਰੇ ਗੁਣ ਗਲਿਆ। ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਬਣ ਜਾਂਦੇ ਹਾਂ, ਪੂਰਨ ਹੋ ਜਾਂਦੇ ਹਾਂ ਸਰੀਰ ਕਰਕੇ। ਇਹ ਸੁਣਨ ਦੀ ਅਵਸਥਾ ਵਾ, ਇਹਨੂੰ ਕੋਈ ਵੀ ਸੁਣੂਗਾ ਉਹ ਪਾਰ ਨਿਕਲ ਜਾਊਗਾ, ਪਰ ਸੁਣਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈਗੀ। ਸੁਣਾਉਣ ਤਾਂ ਸਾਰੇ ਲੱਗ ਜਾਂਦੇ ਆ। ਕਬੀਰ ਔਰੋਂ ਕੋ ਉਪਦੇਸ਼ ਤੇ ਮੁਕਮੇ ਪਰ ਹੈ ਰੇਤ, ਰਾਸ ਬਗਾਨੀ ਰਾਖਤੀ ਖਾਇਆ ਕਰ ਕਾ ਖੇਤ। ਸਾਰੇ ਅਸੀਂ ਇਹੀ ਕਰਦੇ ਹਾਂ ਭਾਈ, ਸੁਣਦੇ ਤਾਂ ਹੈ ਹੀ ਨਹੀਂ, ਸੁਣਾਉਣੇ ਹੀ ਆ ਸਾਰੇ, ਪਰ ਜਿਹੜੇ ਸੁਣਨਗੇ ਉਹ ਪਾਰ ਨਿਕਲ ਜਾਣਗੇ। ਇਹ ਐਸੀ ਬਾਣੀ ਹੈ ਭਾਈ, ਜਿਵੇਂ ਲਾਲ ਚੋਂ ਲੈੜ ਪੈਦਾ ਹੁੰਦੀ ਹੈ। ਤਾਂ ਆਪਾਂ ਨੂੰ ਲਾਲ ਬਾਰੇ ਸਮਝਾਇਆ, ਲਾਲਨ ਮੇਰੇ ਲਾਲਨ ਕੀ ਸੋਭਾ, ਪਿਓ ਲਾਲਾ ਮਾਂ ਲਾਲੀ ਹੂੰ ਲਾਲੇ ਕਾ ਜਾਇਆ। ਗੁਰੂ ਸਾਹਿਬ ਸਮਝਾ, ਲਾਲ ਦੀ ਲੈਟ, ਉਹ 'ਚੋਂ ਲੈਟ ਪੈਦਾ ਹੁੰਦੀ ਹੈ। ਇਵੇਂ ਗੁਰਸ਼ਬਦ ਦੇ ਵਿੱਚੋਂ ਗਿਆਨ ਦੀ ਲੈਟ ਪੈਦਾ ਹੁੰਦੀ ਹੈ। ਰੋਜ਼ ਰਹਿਰਾਸ ਵੀ ਆਪਾਂ ਪੜ੍ਹਦੇ ਹਾਂ, ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਗੁਰੂ ਦੀ ਕਿਰਪਾ ਨਾਲ ਇਹ ਜੋਤ ਪ੍ਰਗਟ ਹੁੰਦੀ ਹੈ। ਪ੍ਰਕਾਸ਼, ਐਸਾ ਪ੍ਰਕਾਸ਼ ਹੈ, ਸਾਨੂੰ 4 ਲੋਕਾਂ ਦਾ ਗਿਆਨ ਹੋ ਜਾਂਦਾ। ਪਹਿਲਾਂ 3 ਮਾਇਆ ਦੇ, ਚੌਥੇ ਆਤਮਾ ਪਾਰ ਨਿਕਲ ਜਾਂਦੀ ਹੈ, ਮਾਇਆ ਪਾਰ ਕਰ ਜਾਂਦੀ ਹੈ, ਪਤਾ ਵੀ ਨਹੀਂ ਲੱਗਦਾ ਹੈਗਾ। ਕਿਹਦੇ ਨਾਲ? ਗੁਰ ਕੇ ਸ਼ਬਦ ਦੇ ਗਿਆਨ ਨਾਲ। ਪਾਰ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੇ ਗਿਆਨ ਦੀ ਇੰਨੀ ਸ਼ਕਤੀ ਹੈ ਭਾਈ, ਇਹ ਬਿਆਨ ਤੋਂ ਪਰੇ ਹੈ। ਪਰ ਅਸੀਂ ਤਾਂ ਇਹਨੂੰ ਪੜ੍ਹਨ 'ਤੇ ਜ਼ੋਰ ਲਾਉਂਦੇ ਹਾਂ, ਔਰ ਗੁਰੂ ਘਰਾਂ ਜਾ ਕੇ ਸੁਣਨੀ ਸੀਗੀ, ਧਾਰਮਿਕ ਸਮਾਗਮਾਂ 'ਤੇ ਗੁਰ ਉਪਦੇਸ਼ ਕਰਨੀ, ਧਿਆਨ ਰੱਖਣਾ ਸੀ, ਉਹ ਅਸੀਂ ਛੱਡਤਾ। ਅਸੀਂ ਤਾਂ ਗੁਰੂਆਂ ਨੂੰ ਉਪਦੇਸ਼ ਕਰਨ ਲੱਗ ਗਏ। ਗੁਰੂ ਘਰਾਂ ਜਾ ਕੇ ਸਿੱਧਾ ਹੀ ਉਪਦੇਸ਼ ਕਰਦੇ ਵੀ ਸਾਡਾ ਆਹ ਕੰਮ ਹੋ ਜੇ। ਨਹੀਂ ਭਾਈ, ਇਹ ਵਿਸ਼ਾ ਨਹੀਂ ਹੈਗਾ। ਰੋਜ਼ ਕਹਿੰਦੇ ਵੀ ਹੈ, ਜੋ ਪ੍ਰਭ ਕੋ ਮਿਲਵਾ ਚਾਹੇ ਖੋ ਸ਼ਬਦ ਮੇਲੇ। ਕਿ ਸਤਿਗੁਰ ਕੀ ਸਮਝਾਉਂਦੇ ਆ? ਕੁੱਲ ਰੂਪ ਆਪਣੇ ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਤਰੇ ਪਿਆਰ, ਸਦਾ ਹਰ ਸੱਚ ਮਨ ਬਸੇ, ਨਿਹਚਲ ਮਤ ਤੋਂ ਪਾਰ। ਫਿਰ ਇਹ ਸਾਡੇ ਅੰਦਰ ਨਿਹਚਲ ਮਤ ਪੈਦਾ ਹੁੰਦੀ ਹੈ, ਜਿਹਦੇ ਕਾਲ ਨਹੀਂ ਹੈਗਾ, ਮਾਇਆ ਤੋਂ ਪਰੇ। ਇਹੀ ਤਾਂ ਗੁਰ ਕੀ ਮਤ ਆਪਾਂ ਲੈਣੀ ਸੀ। ਗੁਰ ਕੀ ਮਤ ਤੁਲੇ ਹੋਏ ਆਣੇ, ਭਗਤੀ ਬਿਨਾ ਵੈ ਡੂਬੇ ਸਵਾਣੇ। ਰਤਨ ਮੂਲਕ ਪਾਇਆ ਗੁਰ ਕਾ ਸ਼ਬਦ ਵਿਚਾਰ। ਦੇਖੋ ਆ ਗਿਆ ਨਾ, ਗੁਰ ਕਾ ਸ਼ਬਦ ਵਿਚਾਰ। ਜਦ ਤੱਕ ਇਹਨੂੰ ਵਿਚਾਰਦੇ ਨਹੀਂ, ਇਹ ਵਿਧੀ ਹੈ, ਸਾਨੂੰ ਪ੍ਰਾਪਤੀ ਹੋ ਜਾਵੇ ਕਦੇ ਵੀ ਨਹੀਂ ਹੋ ਸਕਦਾ। ਹੰਕਾਰ ਜ਼ਰੂਰ ਹੋ ਜਾਊਗਾ। ਇਹ ਆਪਾਂ ਜੀਵਨ ਖਰਾਬ ਕਰਕੇ ਚਲੇ ਜਾਵਾਂਗੇ। ਫਿਰ ਆਪਾਂ ਕੀ ਕੱਟਿਆ ਭਾਈ ਇੱਥੇ ਆ ਕੇ? ਜਿਹਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚੇ ਸਤਿਗੁਰ ਸੇਵੀਏ, ਸਦਾ ਸੱਚ ਵਪਾਰ। ਫਿਰ ਸੱਚ ਦਾ ਵਪਾਰ ਸ਼ੁਰੂ ਹੁੰਦਾ ਹੈ। ਸੱਚ ਦਾ ਵਪਾਰ ਤੋਂ ਭਾਵ ਸੱਚ ਦਾ ਜਸ। ਜੇਵਾ ਤੋਂ ਭਾਵ ਬੁੱਧੀ। ਆਹ ਜੇਵਾ ਨਹੀਂ, ਇਹ ਤਾਂ ਫਿਰ ਵੀ ਇੱਥੇ ਹੀ ਹੁੰਦੀ ਹੈ। ਰਸਨਾ ਜਿਹਨੂੰ ਕਹਿੰਦੇ, ਰਸਨਾ ਜਪੇ, ਉਹ ਬੁੱਧੀ। ਜੇਵਾ ਸੱਚੀ, ਬੁੱਧੀ ਸੱਚੀ ਹੋ ਜਾਂਦੀ ਹੈ। ਫਿਰ ਮਨ ਦੇ ਵਿੱਚੋਂ ਸੱਚ ਪੈਦਾ ਹੁੰਦਾ, ਵਿਚਾਰ, ਸੱਚ ਦੀ ਵਿਚਾਰ ਪੈਦਾ ਹੁੰਦੀ ਆ। ਪਹਿਲਾਂ ਹੀ ਆਪਾਂ ਮਨ ਦੇ ਨਾਲ ਇਹਨੂੰ ਕਰਦੇ ਹਾਂ ਜੀ, ਰਸਨਾ ਪਵਿੱਤਰ ਕਰੀਏ, ਉਹ ਕਰੀਏ। ਅਸੀਂ ਅਨੇਕਾਂ ਆਪਦੀ ਵਿਧੀਆਂ ਲਾ ਲੈਂਦੇ ਹਾਂ। ਜੇ ਇੱਕ ਨੂੰ ਬੋਲਣ ਨਾਲ ਭਾਈ ਰਸਨਾ ਪਵਿੱਤਰ ਹੋਵੇ ਬੁੱਧੀ, ਫਿਰ ਤਾਂ ਬਹੁਤ ਸਖਾਲਾ ਖੇਲ ਹੈ। ਕਹੋ ਨਾਨਕ ਇਹ ਖੇਲ ਕਠਨ ਹੈ, ਕਿਨੂੰ ਗੁਰਮੁਖ ਹੋ ਜਾਣਾ। ਗੁਰੂ ਦੀ ਮੱਤ ਲੈਣੀ ਹੈ ਭਾਈ, ਸਾਨੂੰ ਖੇਲ ਦੀ ਸਮਝ ਫੇਰ ਆਉਣੀ ਹੈ। ਨਾਨਕ ਸੱਚੇ ਸਤਿਗੁਰ ਸੇਵਿਆ, ਸਦਾ ਸੱਚ ਵਪਾਰ। ਫਿਰ ਇਹ ਵਪਾਰ ਸ਼ੁਰੂ ਹੁੰਦਾ ਹੈ। ਇਹ ਪਹਿਲੀ ਵਾਰ ਹੈ ਰਾਗ ਬਿਸਰੀ ਰਾਗ, ਤੀਜੀ ਪਾਤਸ਼ਾਹੀ ਦੀ। ਇਹ ਹੁਣ ਪਾਸਾ ਦੀ ਵਾਰ ਲਈਏ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਉਹੀ ਗੱਲ ਆ ਗਈ ਭਾਈ ਸਤਿਗੁਰਾਂ ਦੀ, ਜੋ ਸਾਨੂੰ ਸਮਝਾ ਰਹੇ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ। ਗੁਰ ਸ਼ਬਦ ਦਾ ਗਿਆਨ ਸਾਨੂੰ ਮਾਇਆ ਪਾਰ ਕਰਾ ਦਿੰਦਾ। ਪਰ ਗਿਆਨ ਤਾਂ ਆਪਾਂ ਨੂੰ ਤਾਂ ਹੋਊਗਾ ਭਾਈ, ਜੇ ਆਪਾਂ ਇਹਨੂੰ ਸੁਣਾਂਗੇ। ਪਰ ਆਪਾਂ ਤਾਂ ਸਤਿਗੁਰਾਂ ਨੂੰ ਹੀ ਉਪਦੇਸ਼ ਕਰਦੇ ਹਾਂ। ਫਿਰ ਕਿਵੇਂ ਹੋਊ? ਜੇ ਬੱਚਾ ਸਕੂਲ 'ਚ ਜਾ ਕੇ ਟੀਚਰ ਨੂੰ ਹੀ ਪੜ੍ਹਾਉਣ ਲੱਗ ਜੇ, ਤਾਂ ਉਹ ਨਹੀਂ ਪੜ੍ਹ ਸਕਦਾ, ਕਦੇ ਵੀ ਨਹੀਂ। ਇਵੇਂ ਲੱਖਾਂ ਸਿੱਖ ਦੇਖੇ ਅਸੀਂ, ਜਾਂਦੇ ਹਾਂ ਦੂਰ ਦੂਰ, ਜਗ੍ਹਾ ਜਗ੍ਹਾ, ਬਸ ਪੰਕਤੀਆਂ ਯਾਦ ਕਰ ਲੈਂਦੇ ਆ, ਉਹੀ ਡਿੱਕਾ ਬਣ ਜਾਂਦੀਆਂ ਨੇ, ਅਮਲ ਨਹੀਂ ਕਰਦੇ ਹੈਗੇ। ਬਹੁਤ ਜ਼ਿਆਦਾ ਉਹ ਫਿਰ ਆਪਦੀ ਜਿਹੜੀ ਹੈਗੀ ਆ ਅਵਸਥਾ ਨੂੰ ਬਿਆਨ ਕਰਦੇ ਨੇ। ਫਲਾਣੇ 'ਤੇ ਜੀ ਆਹ ਲਿਖਿਆ, ਫਲਾਣੇ 'ਤੇ ਆਹ ਹੋਇਆ, ਫਲਾਣੇ 'ਤੇ ਆਹ ਹੋਇਆ। ਪਰ ਤੁਹਾਨੂੰ ਇਹ ਨਹੀਂ ਯਾਦ ਆਇਆ ਵੀ ਗੁਰੂ ਸਾਹਿਬ ਨੇ ਕੀ ਸਮਝਾਇਆ ਸਾਨੂੰ? ਗਣਤੀ ਗਣਤ ਨਾ ਛੋਟੀ ਹੈ। ਚਲੋ ਆਪਾਂ ਇਹ ਕੰਮ ਨਹੀਂ ਕਰਨਾ ਹੈਗਾ। ਜੇ ਆਪਾਂ ਬਾਣੀ ਨੂੰ ਵਿਚਾਰ ਰਹੇ ਹਾਂ, ਸਮਝ ਲਓ ਸਾਡੇ 'ਤੇ ਕਿਰਪਾ ਰਹਿਮਤ ਹੋ ਚੁੱਕੀ, ਆਪਾਂ ਪੌੜੀਆਂ ਚੜ੍ਹਦੇ ਚਲੇ ਜਾਣਾ ਵਾ। ਇਹ ਪਹਿਲੀ ਪੌੜੀ ਹੈ ਸਤਿਗੁਰਾਂ ਦੀ, ਪਹਿਲੀ ਪਾਤਸ਼ਾਹੀ ਦੀ। ਪਹਿਲਾਂ ਕੀ ਸੀਗਾ? ਯੋਧਿਆਂ ਨੂੰ ਗਾਉਣਾ, ਰਾਜਿਆਂ ਨੂੰ ਗਾਉਣਾ, ਉਹ ਤੋਂ ਵੱਖਰਾ ਸਾਨੂੰ ਬਾਣੀ ਨੇ ਸਮਝਾਇਆ। ਕਿਹਨੂੰ ਗਾਉਣਾ? ਜਿਹਨੇ ਸ੍ਰਿਸ਼ਟੀ ਪੈਦਾ ਕੀਤੀ, ਉਹਦਾ ਜਸ ਕਰਨਾ ਹੈ। ਉਹ ਆਪਾਂ ਪਹਿਲੀ ਵਾਰ 'ਚ ਪੜ੍ਹਿਆ, ਰਾਗਾਂ ਵਿੱਚ ਸ੍ਰੀ ਰਾਗ। ਸ੍ਰੀ ਰਾਗ ਕੀ ਹੈ? ਸ੍ਰੇਸ਼ਟ ਕੀ ਹੈ? ਸੱਚ ਨਾਲ ਪ੍ਰੇਮ ਕਰਨਾ।
ਸੱਚ ਨਾਲ ਪ੍ਰੇਮ ਤਾਂ ਭਾਈ ਫਿਰ ਤੀਜੇ 'ਚ ਜਾ ਕੇ ਹੋਊਗਾ, ਹਾਂ ਦੂਜੇ 'ਚ। ਸਮਝ ਤਾਂ ਪਹਿਲੇ 'ਚ ਆ ਜਾਂਦੀ ਹੈ, ਪਰ ਦੂਜੇ 'ਚ ਜਾ ਕੇ ਜਦੋਂ ਮਨ ਚੁੱਪ ਕਰ ਜਾਂਦਾ ਗਿਆਨ ਨਾਲ, ਦੋ ਪਦਾਰਥ ਸਾਨੂੰ ਮਿਲ ਜਾਂਦੇ। ਨਾਮ ਦੀ ਭਗਤੀ ਦੀ ਸ਼ੁਰੂ ਹੁੰਦੀ ਹੈ, ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਇਹ ਨਾਮ ਸੰਤੋਖੀ, ਉਤਰੇ ਮਨ ਕੀ ਭੁੱਖ। ਉਸ ਅਵਸਥਾ ਜਾ ਕੇ ਪਤਾ ਲੱਗਦਾ ਕਿ ਮਨ ਦੀ ਭੁੱਖ ਕੀ ਹੈ, ਨਾਮ। ਅਸੀਂ ਮਨ ਦੀ ਭੁੱਖ ਸਰੀਰ ਨਾਲ ਜੋੜਤੀ, ਫਿਰ ਰਹਿ ਗਈ। ਇਹੀ ਆਪਣਾ ਰਾਗ ਹੈ, ਬਾਕੀ ਸਾਰੇ ਕੱਟਤੇ ਗੁਰੂ ਸਾਹਿਬ ਨੇ। ਪਰ ਇਹ ਸਾਨੂੰ ਤਾਂ ਪ੍ਰਾਪਤ ਹੋਣਗੇ ਜੇ ਸਾਡੀ ਅਵਸਥਾ ਬਦਲੂਗੀ। ਅਵਸਥਾ ਤਾਂ ਬਦਲੂਗੀ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਪਿੱਛੇ ਆਪਾਂ ਵਿਚਾਰੀਆਂ ਤਿੰਨੇ ਅਵਸਥਾ, ਤੀਜੀ ਅਵਸਥਾ ਵਾਲੇ ਨੂੰ ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਸੱਚਖੰਡ ਬਸੇ ਅਨੁਰਾਗੀ, ਸਭ ਗੁਰੂ ਭਗਤਾਂ ਦੇ ਆਪਣੇ ਕੋਲ ਬਚਨ ਅਨੇਕਾਂ ਹੀ ਪਏ ਨੇ, ਉਹਨਾਂ ਦੇ ਨਾਲ ਹੀ ਆਪਾਂ ਚੱਲਣਾ। ਵਿੱਚ ਆਪਾਂ ਆਪਣੀ ਮੱਤ ਨਹੀਂ, ਆਪਣੀ ਮੱਤ ਦਾ ਤਿਆਗ ਕਰਨਾ। ਮੈਨੂੰ ਤਾਂ ਇਜਾਜ਼ਤ ਹੀ ਨਹੀਂ ਬਾਣੀ 'ਚ ਬੋਲਣ ਦੀ। ਸ਼ਬਦ ਵਿਚਾਰ ਦੀ ਜਿਹੜੀ ਕਿਰਪਾ ਸਾਡੇ 'ਤੇ ਹੁੰਦੀ ਹੈ, ਉਹ 'ਚੋਂ ਜਿਹੜਾ ਗਿਆਨ ਪੈਦਾ ਹੁੰਦਾ ਉਹਦੇ ਨਾਲ ਮਨ ਚੁੱਪ ਕਰਦਾ ਨਹੀਂ, ਮਨ ਚੁੱਪ ਨਹੀਂ ਕਰਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਦਾ, ਮਨ ਟਿਕੇ ਤੋਂ ਬਿਨਾਂ ਬਾਣੀ ਸਮਝ ਨਹੀਂ ਆਉਂਦੀ। ਫਿਰ ਵੀ ਅਸੀਂ ਅਰਥਾ ਰਹੇ ਹਾਂ, ਆਪਦੀ ਮਤਲਬ ਦੇਖ ਹੀ ਰਹੇ ਹਾਂ। ਉਹ ਕੀ ਹੈ ਫਿਰ? ਸਾਰੀ ਕਾਲ ਦੇ ਵਸ ਹਾਂ ਅਸੀਂ। ਸੁਗਲ ਕਾਲ ਕਾ ਕੀਆ ਤਮਾਸ਼ਾ। ਜੇ ਕਾਲ ਤੋਂ ਬਚਣਾ, ਆਓ ਭਾਈ ਫਿਰ ਚੱਲੀਏ ਗੁਰੂ ਦੀ ਸ਼ਰਨ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਫਿਰ ਪਹੁੰਚਾਂਗੇ ਆਪਦੇ ਘਰ, ਫਿਰ ਨਾਮ ਦੀ ਭਗਤੀ ਸ਼ੁਰੂ ਹੋਊਗੀ। ਉਹ ਵੀ ਵਸਤਾ ਦੇ ਨਾਂ ਨੇ। ਫਿਰ ਇਹ 'ਚੋਂ ਕੀ ਪੈਦਾ ਹੋਇਆ? ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਹਨੂੰ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਮਨੁੱਖ ਸਤਿਗੁਰ ਸਮਝਾਉਂਦੇ ਆ ਕਿੱਡਾ ਵੀ ਬੁਰਾ ਹੋਵੇ, ਬੁਰਾਈਆਂ ਖਤਮ ਹੋ ਜਾਂਦੇ ਗੁਰ ਸ਼ਬਦ ਦੇ ਗਿਆਨ ਨਾਲ। ਬਲਿਹਾਰੀ ਜਾਣਾ ਚਾਹੀਦਾ ਐਸੇ ਗੁਰ ਉਪਦੇਸ਼ ਤੋਂ। ਇਹ ਆਪਾਂ ਨੂੰ ਹੋਰ ਕਿਤੋਂ ਨਹੀਂ ਮਿਲਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਮਿਲਣਾ ਵਾ। ਪਰ ਅਸੀਂ ਤਾਂ ਅਭਾਗੇ ਐਡੇ ਹਾਂ, ਰੋਜ਼ ਜਾਂਦੇ ਹਾਂ, ਬਹੁਤ ਨੇੜੇ ਹਾਂ ਗੁਰੂ ਗ੍ਰੰਥ ਸਾਹਿਬ ਦੇ, ਫਿਰ ਵੀ ਅਭਾਗੇ ਹਾਂ, ਸੁਣਦੇ ਹੀ ਨਹੀਂ ਹੈਗੇ। ਸੁਣਾਉਂਦੇ ਹਾਂ, ਨਹੀਂ ਭਾਈ ਇਹ ਗਲਤੀ ਨਹੀਂ ਕਰਨੀ। ਆਇਆ ਸੁਣ ਪੜ੍ਹਨ ਕੋ ਬਾਣੀ, ਨਾ ਵਿਸਾਰ ਲੱਗੇ ਲਾਲਚ, ਬਿਰਥਾ ਜਨਮ ਬਰਾਣੀ। ਸੁਣਨ ਦੀ ਵਿਧੀ ਹੈ। ਬਾਰ ਬਾਰ ਅਸੀਂ ਸਾਰੀਆਂ ਪੰਕਤੀਆਂ ਦੇ ਵਿੱਚ, ਅਸ਼ਟਪਦੀਆਂ ਦੇ ਵਿੱਚ, ਸ਼ਲੋਕਾਂ ਦੇ ਵਿੱਚ ਇਹੀ ਬੇਨਤੀ ਕਰਦੇ ਆਉਂਦੇ ਹਾਂ ਸੰਗਤ ਨੂੰ, ਭਾਈ ਜੋ ਸੁਣੂਗਾ ਉਹਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਫਿਰ ਆਪਾਂ ਜਿਹੜੀ ਦੂਜੀ ਹੈਗੀ ਪੌੜੀ, ਉਹ ਵੀ ਇਹਦੇ ਨਾਲ ਜੋੜ ਲਈਏ, ਕਿਉਂਕਿ ਸਤਿਗੁਰਾਂ ਨੇ ਇਹ ਜਿਹੜੇ ਰਤਨ ਨੇ, ਕਿਵੇਂ ਚਿਣੇ ਨੇ, ਨਾਲ ਇੱਕ ਪੰਕਤੀ ਨੂੰ ਦੂਈ ਪੰਕਤੀ ਨਾਲ, ਇੱਕ ਪੌੜੀ ਨੂੰ ਦੂਈ ਪੌੜੀ ਨਾਲ, ਇੱਕ ਸ਼ਬਦ ਨੂੰ ਦੂਏ ਸ਼ਬਦ ਨਾਲ ਜੋੜਿਆ ਹੈ ਕਿ ਦੂਏ ਸ਼ਬਦ ਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਸਤਿਗੁਰ ਕੀ ਸਮਝਾਉਣਾ ਚਾਹੁੰਦੇ ਨੇ। ਇੱਕ ਪੰਕਤੀ ਦੀ ਇਹਦੀ ਵਿਆਖਿਆ ਹੁੰਦੀ ਨਹੀਂ ਹੈਗੀ। ਇਸ ਕਰਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਇੰਨੇ ਜਿਹੜੇ ਅੰਕ ਨੇ, ਇੰਨੀ ਬਾਣੀ ਹੈ, ਗਿਆਨ ਦਾ ਸਮੁੰਦਰ, ਸਾਨੂੰ ਸਮਝਣ ਖਾਤਰ ਉਹਨਾਂ ਗੁਰੂ ਭਗਤ ਸਾਹਿਬਾਨਾਂ ਨੇ ਰਹਿਮਤ ਕੀਤੀ ਹੈ। ਭਗਤ ਗੁਰੂ ਸਾਹਿਬਾਨਾਂ ਨੇ ਆਪਣੇ ਆਪਣੇ ਸਮੇਂ ਅਨੁਸਾਰ ਸਾਨੂੰ ਸਮਝਾਇਆ। ਅੱਜ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਮੁੰਦਰ ਹੈ। ਹੁਣ ਸਮੁੰਦਰ 'ਚ ਜਾਣ ਵਾਲਾ, ਡੁੱਬਣ ਵਾਲਾ ਕੀ ਦੱਸੂ ਵਾਪਸ ਆ ਕੇ? ਜਿਹੜੇ ਚਲੇ ਗਏ ਉਹ ਵਾਪਸ ਨਹੀਂ ਆਉਂਦੇ, ਉਹ ਬਾਹਰ ਨਹੀਂ ਆਉਂਦੇ, ਉਹ ਆਪਦੇ ਘਰ ਚਲੇ ਜਾਂਦੇ ਨੇ। ਉਹਨਾਂ ਦਾ ਸੰਸਾਰ 'ਚੋਂ ਖਹਿੜਾ ਛੁੱਟ ਜਾਂਦਾ ਹੈ। ਇਹ ਤਿੰਨ ਅਵਸਥਾ ਆਪਾਂ ਪ੍ਰਾਪਤ ਕਰਨੀਆਂ ਨੇ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਆਪਾਂ ਹੁਣ ਦੂਜੀ ਜਿਹੜੀ ਹੈਗੀ ਪੌੜੀ ਲੈ ਲਈਏ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਦੂਜੀ ਪੌੜੀ ਆ ਗਈ। ਮਹਲਾ ਦੂਜਾ ਗੁਰੂ ਅੰਗਦ ਦੇਵ ਜੀ ਆ ਗਏ। ਇੱਥੋਂ ਆਪਾਂ ਨੂੰ ਕੀ ਪਤਾ ਲੱਗਿਆ? ਗੁਰੂ ਸਾਹਿਬ ਨਾਲ ਗੁਰੂ ਅੰਗਦ ਦੇਵ ਜੀ ਦਾ ਮਿਲਾਪ। ਜਿਵੇਂ ਦੂਜੀਆਂ ਮੱਤਾਂ 'ਚੋਂ ਆਏ ਸੀਗੇ, ਅੰਗਦ ਦੇਵ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ? ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਪਾਤਸ਼ਾਹ ਦੂਜੀ ਇਹ ਵੀ ਇਹੀ ਸਮਝਾ ਰਹੇ ਆਪਾਂ ਨੂੰ ਵੀ ਗੁਰ ਤੋਂ ਬਿਨਾਂ ਹਨੇਰਾ ਹੀ ਰਹੂਗਾ ਭਾਈ। ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਸਾਡੇ ਅੰਦਰ ਹਨੇਰਾ ਹੀ ਰਹੂਗਾ। ਉਹੀ ਤਾਂ ਮੌਤ ਹੈ ਭਾਈ, ਉਹੀ ਤਾਂ ਭਰਮ ਹੈ। ਉਹ ਕਿਵੇਂ ਜਾਊਗਾ? ਗੁਰ ਪ੍ਰਸਾਦ ਭਰਮ ਕਾ ਨਾਸ। ਸਤਿਗੁਰਾਂ ਦੇ ਮਿਲਾਪ ਤੋਂ ਜਦੋਂ ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ, ਦੂਏ ਗੁਰੂ ਸਾਹਿਬਾਨ ਅੰਗਦ ਦੇਵ ਜੀ, ਉਹਨਾਂ ਨੂੰ ਦਰਸ਼ਨ ਕਰਾਇਆ। ਕਾਹਦਾ? ਭਗਉਤੀ ਦਾ, ਗੁਰਮਤਿ ਦਾ। ਜਿਹਨੇ ਸ੍ਰਿਸ਼ਟੀ ਪੈਦਾ ਕੀਤੀ, ਏਕਾ ਮਾਈ ਯੁਕਤ ਵਿਆਈ। ਗੁਰਮਤਿ ਨੇ, ਵਿਵੇਕ ਬੁੱਧ ਨੇ, ਐਸੀ ਯੁਕਤੀ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜੀਵ ਤੋਂ ਜੀਵ ਪੈਦਾ ਹੋ ਰਿਹਾ।
ਅਨਾਜ ਤੋਂ ਅਨਾਜ ਵੱਧ ਰਿਹਾ, ਜੀਵਨ ਨੂੰ ਜੀਵ ਸੰਘਾਰ ਕਰ ਰਹੇ ਨੇ। ਇਹ ਅਵਸਥਾ ਦੇ ਨਾਂ ਨੇ, ਸੁਭਾਅ ਨੇ, ਇਹ ਕੁਦਰਤ ਨੇ ਪੈਦਾ ਕੀਤੇ ਨੇ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਆਪ ਸਭ ਤੇ ਅਲਪਤੋ ਰਹੇ। ਗੁਰੂ ਸਮਝਾਉਂਦੇ ਨੇ ਮਾਇਆ ਤੋਂ ਪਰੇ ਹੈ, ਮਾਇਆ ਤੋਂ ਪਰੇ ਹੀ ਗਿਆਨ ਆਪਾਂ ਨੂੰ ਬਾਣੀ ਕਰਾ ਰਹੀ ਹੈ। ਨਿਰਾਕਾਰ ਤੋਂ ਭਾਵ ਆਕਾਰ ਤੋਂ ਰਹਿਤ ਜਿਹੜੇ ਸੰਸਾਰੀ ਪ੍ਰਮਾਣ ਨੇ ਉਹ ਤਾਂ ਆਪਾਂ ਸਮਝਣੇ ਹੀ ਨੇ। ਆਪਾਂ ਇੱਥੇ ਤੱਕ 2 ਪੌੜੀਆਂ ਲਈ, ਪਹਿਲੀ ਪਾਤਸ਼ਾਹ ਦੀ, ਦੂਜੀ ਪਾਤਸ਼ਾਹ ਦੀ। ਸਮਝਾਇਆ ਜੇ ਸੁਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ। ਸੰਸਾਰ 'ਚ ਕਿੱਡੇ ਵੀ ਗੁਰੂ ਆਪਦੇ ਆਪ ਨੂੰ ਬਹੁਤ ਗਿਆਨਵਾਨ, ਪਰ ਜਿੱਥੇ ਮਨ ਦੇ ਅੰਦਰ ਹਨੇਰਾ, ਉੱਥੇ ਗੁਰਸ਼ਬਦ ਤੋਂ ਬਿਨਾਂ ਚਾਨਣ ਨਹੀਂ ਕਰ ਸਕਦਾ ਭਾਈ ਕੋਈ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਇਹ ਆਪਾਂ ਨੂੰ ਤਾਂ ਹੋਊਗੀ ਜੇ ਆਪਾਂ ਗੁਰ ਕੇ ਚਰਨ ਬਾਣੀ ਨਾਲ ਜੁੜੇ ਰਹਾਂਗੇ, ਇਹਨੂੰ ਵਿਚਾਰਦੇ ਸਮਝਦੇ ਰਹਾਂਗੇ। ਜਿਸ ਦਿਨ ਸਮਝ ਲਓ ਆਪਾਂ ਨੂੰ ਇਹ ਗਿਆਨ ਹੋਣ ਲੱਗ ਗਿਆ, ਸਮਝ ਲਓ ਸਾਡੇ 'ਤੇ ਕਿਰਪਾ ਹੋ ਚੁੱਕੀ, ਦਇਆ ਹੋ ਚੁੱਕੀ। ਜਦੋਂ ਬਾਣੀ ਨਾਲ ਜੁੜ ਕੇ ਵਿਚਾਰ ਨੂੰ ਦਇਆ ਪਹਿਲੀ ਅਵਸਥਾ, ਫਿਰ ਮਇਆ ਕਿਰਪਾ ਹੁੰਦੀ ਹੀ ਹੁੰਦੀ ਹੈ। ਦਇਆ ਮਇਆ ਕਰ ਪ੍ਰਾਣ ਪਤ ਪਿਆਰੇ। ਜਦੋਂ ਸਮਝ ਆਊ ਫੇਰ ਹੀ ਮਇਆ ਮੰਗਾਂਗੇ ਭਾਈ। ਹਾਲੇ ਤਾਂ ਅਸੀਂ ਆਪ ਹੀ ਲੋਕਾਂ 'ਤੇ ਦਇਆ ਕਰੀ ਜਾਂਦੇ ਹਾਂ। ਸਰੀਰ ਕਰਕੇ ਆਪਦੇ ਆਪ ਨੂੰ ਪੂਰਨ ਮੰਨੀ ਬੈਠੇ ਨਹੀਂ ਭਾਈ। ਆਤਮਾ ਕਰਕੇ ਅਸੀਂ ਕੋਰੇ ਹਾਂ। ਗਤੀ ਆਤਮਾ ਦੀ ਹੋਣੀ ਹੈ, ਸਰੀਰ ਦੀ ਨਹੀਂ ਹੋਣੀ ਹੈਗੀ। ਸਰੀਰ ਦੀ ਤਾਂ ਕਿਰਿਆ ਹੁੰਦੀ ਹੈ, ਸੋਧਦੇ ਆਪਦੇ ਹਿਸਾਬ ਨਾਲ ਧਰਮਾਂ ਨੇ ਉਹ ਵਿਧੀਆਂ ਬਣਾਈਆਂ ਨੇ, ਸਾਰੇ ਸੋਧਦੇ ਨੇ। ਤੈਨੂੰ ਅਸੀਂ ਕਿਰਾਏ ਪੈ ਗਏ। ਇਹ ਲਾਸਟ ਪੌੜੀ ਹੈ ਮਨੁੱਖਾ ਦੇਹੀ ਦੀ। ਜੇ ਚੁੱਕ ਗਏ ਹੁਣ ਫਿਰ ਜੰਮਣ ਮਾਰਨ ਚੱਲਾਂਗੇ। ਜੋ ਨਾਰੇ ਪੌੜੀ 'ਤੇ ਚੁੱਕੇ, ਜੇ ਚੁੱਕ ਗਏ ਫਿਰ ਜੰਮਣ ਮਾਰਨ ਚਲੇ ਜਾਵਾਂਗੇ। ਅਸੀਂ ਗਲਤੀ ਨਹੀਂ ਕਰਨੀ। ਇੱਥੇ ਆਪਾਂ ਗਿਆਸਾ ਕੀ ਵਾਰ ਸ਼ੁਰੂ ਕੀਤੀ, ਜਿੰਨੀ ਕੁਦਰਤ ਮਤ ਬਖਸ਼ੂਗੀ ਆਪਾਂ ਇਹਨੂੰ ਵਿਚਾਰਾਂਗੇ। ਪਹਿਲੀ ਸੀਗੀ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾ। ਸਤਿਗੁਰਾਂ ਨੇ ਸਮਝਾਇਆ ਸਾਨੂੰ ਭਾਈ, ਜਿਹੜੇ ਗੁਰਸ਼ਬਦ ਦੇ ਗਿਆਨ ਨਾਲ ਲੱਗਦੇ ਨੇ, ਮਨੁੱਖ ਦੀਆਂ ਜਿਹੜੀਆਂ ਬੁਰਾਈਆਂ ਉਹ ਦੂਰ ਹੋ ਜਾਂਦੇ ਨੇ। ਦੇਵਤਾ ਸੁਭਾਵ, ਦੇਵਤਾ ਤਾਂ ਸੀ ਇਹ, ਇਹਨੂੰ ਜਗਾਉਂਦੀ ਹੈ ਬਾਣੀ। ਸੁੱਤਾ ਪਿਆ ਹੀ ਭਿਖਾਰੀ ਬਣਿਆ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਇਹ ਜੀਵ ਹੈ ਤਾਂ ਰਾਜਾ ਹੀ, ਪਰ ਆਪਦੇ ਮੂਲ ਨੂੰ ਟੁੱਟ ਕੇ ਹੁਣ ਭਿਖਾਰੀ ਬਣ ਗਿਆ। ਸੁਪਨੇ ਦੇ ਜੀਵਨ 'ਚ ਹੀ ਭਿਖਾਰੀ ਹੈ ਇਹ, ਭਿੱਖਿਆ ਮੰਗਦਾ, ਕਲਪਨਾ ਕਰੀ ਜਾਂਦਾ ਵਾ। ਉਹਦੀ ਵੀ ਅਸੀਂ ਕਹਾਣੀਆਂ ਬਣਾਤੀਆਂ। ਉਹ ਕਹਾਣੀਆਂ ਸਾਨੂੰ ਸਮਝਣ ਖਾਤਰ ਨੇ ਭਾਈ। ਫਿਰ ਤਾਂ ਬਹੁਤ ਸੁਖਾਲਾ ਵਾ, ਫਿਰ ਤਾਂ ਲੋੜ ਹੀ ਨਹੀਂ ਹੈ ਮੁਕਤੀ ਦੀ। ਸੁਪਨੇ 'ਚ ਆਪਣਾ ਕੱਟਿਆ ਜਾਵੇ ਸਾਰਾ ਕੁਛ। ਨਹੀਂ, ਉਹ ਸਮਝਾ ਰਹੇ ਨੇ ਸਤਿਗੁਰ ਵੀ ਇਹ ਜੀਵ ਹੀ ਰਾਜਾ ਸੀ, ਪਰ ਟੁੱਟ ਕੇ ਆਪਦੇ ਮੂਲ ਨਾਲੋਂ ਸੌਂ ਗਿਆ। ਚੇਤਨਾ ਜੜਨਾ ਰਲ ਕੇ ਮਾਇਆ ਦੇ ਰਿਸ਼ਤੇ ਬਣ ਗਏ, ਸੌਂ ਗਈ ਆ ਕੇ। ਬਾਣੀ ਹੋਈ ਤਾਂ ਜਗਾਉਂਦੀ ਆ। ਭੁੱਲਿਆਂ ਗੁਰਦੇ ਸਮਝਾਇਆ ਵੀ ਤੂੰ ਆਪ ਹੀ ਦੇਵਤਾ ਵਾਂ, ਪਰ ਹੁਣ ਤੂੰ ਮਲੀਨ ਹੋ ਚੁੱਕੀ ਆ। ਤੂੰ ਸਰੀਰ ਕਰਕੇ ਆਪਦੇ ਆਪ ਨੂੰ ਪੂਰਨ ਮੰਨਣ ਲੱਗ ਗਿਆ, ਇਸ ਕਰਕੇ ਤੂੰ ਰਹਿ ਜਾਂਦਾ ਵਾ। ਮਹਲਾ ਦੂਜੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਾਂ ਦੂਜੀ ਪਾਤਸ਼ਾਹੀ ਨੇ ਸਮਝਾਇਆ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਆਪਾਂ ਇਹੀ ਟਾਰਗੇਟ ਰੱਖਣਾ ਭਾਈ, ਗੁਰ ਕੇ ਚਰਨ ਫੜਨੇ ਆ, ਗੁਰ ਸ਼ਬਦ ਦਾ ਗਿਆਨ, ਸ਼ਬਦ ਬੋਧ, ਫਿਰ ਅਸੀਂ ਇਹਨੂੰ ਅਰਥਾ ਸਕਦੇ ਹਾਂ। ਪਰ ਉਹ ਮਾਇਆ ਪਾਰ ਕਰਨ ਤੋਂ ਬਾਅਦ ਜਿੱਥੇ ਬਹਿ ਕੇ ਬਾਣੀ ਰਚੀ ਜਾਂਦੀ ਹੈ, ਜਿੱਥੇ ਜਾ ਕੇ ਬਾਣੀ ਸਮਝੀ ਜਾਂਦੀ, ਉਹਨੂੰ ਦੇਵਲੋਕ ਕਿਹਾ ਬਾਣੀ ਵਿੱਚ, ਸਹਿਜ ਦੁਨੀਆ ਕਿਹਾ ਵਾ। ਜੇ ਮਾਇਆ ਪਾਰ ਹੋਊ 3 ਲੋਕ, ਫੇਰ ਹੀ ਆਪਾਂ ਜਾਵਾਂਗੇ ਉੱਥੇ ਭਾਈ। ਸਰੀਰ ਕਰਕੇ ਤਾਂ ਆਪਾਂ ਸਾਰੇ ਪੂਰਨ ਮੰਨਦੇ ਹਾਂ ਆਪਦੇ ਆਪ ਨੂੰ। ਇੱਥੋਂ ਆਪਾਂ ਗਲਤੀ ਕਰ ਜਾਂਦੇ ਹਾਂ। ਇਹ ਆਪਾਂ ਸ਼ੁਰੂਆਤ ਕੀਤੀ ਹੈ ਆਸਾ ਕੀ ਵਾਰ ਦੀ। ਇਹ ਪਹਿਲੇ ਪਾਠ ਦੇ ਵਿੱਚ ਆਪਾਂ ਇੰਨਾ ਕੀ ਕਰਦੇ ਹਾਂ, 2 ਪੌੜੀਆਂ ਦਾ ਕੀਤਾ ਆਪਾਂ ਗੁਰੂ ਅੰਗਦ ਦੇਵ ਜੀ ਔਰ ਗੁਰੂ ਨਾਨਕ ਮਹਾਰਾਜ ਦੀ, ਅਤੇ ਅੱਗੇ ਫਿਰ ਆਪਾਂ ਦੂਜੇ ਪਾਠ 'ਚ ਵਿਚਾਰਾਂਗੇ। ਅਤੇ ਜਿੰਨਾ ਕੁ ਆਪਾਂ ਸਮਝਾਇਆ, ਜਿੰਨੀ ਕੁ ਮੱਤ ਸੀ, ਆਪਾਂ ਇਹਨੂੰ ਵਿਚਾਰਨਾ ਵਾ। ਸਾਰੇ ਗੁਰਸਿੱਖ ਆਪਾਂ, ਗੁਰਸਿੱਖ ਉਹੀ ਹੁੰਦੇ ਨੇ ਜਿਹੜੇ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰ ਨਾਲ ਜੁੜੇ ਰਹਿੰਦੇ ਨੇ, ਵਿਚਾਰ ਨਾਲ ਜੁੜੇ ਰਹਿੰਦੇ ਨੇ। ਆਤਮਾ ਕਰਕੇ, ਸਰੀਰ ਕਰਕੇ ਤਾਂ ਆਪਾਂ ਸਾਰੇ ਪੂਰਨ ਮੰਨੀ ਬੈਠੇ ਹਾਂ। ਉਹ ਗਲਤੀ ਨਹੀਂ ਕਰਨੀ। ਆਓ ਸਾਰੇ ਮਿਲ ਕੇ ਉਹਨੂੰ ਵਿਚਾਰਦੇ ਰਹੀਏ। ਪਹਿਲਾਂ ਆਪਾਂ ਅਵਸਥਾ ਬਾਰੇ ਸਮਝਾਇਆ, ਫਿਰ ਜਿਹੜਾ ਹੈਗਾ ਉਹ ਲਾਲ ਬਾਰੇ ਸਮਝਾਇਆ। ਜਿਵੇਂ ਲਾਲ ਦੀ ਲਾਈਟ ਪੈਦਾ ਹੁੰਦੀ ਹੈ, ਐਵੇਂ ਗੁਰਸ਼ਬਦ 'ਚੋਂ ਗਿਆਨ ਦੀ ਲਾਈਟ ਪੈਦਾ ਹੁੰਦੀ ਹੈ। ਗੁਰਬਾਣੀ ਜਗ ਮੈਂ ਚਾਨਣ ਕਰਮ ਬਸੇ ਮਨ ਆਏ। ਫਿਰ ਸਾਨੂੰ ਇਹ ਖੇਲ ਸਾਰੀ ਸਮਝ ਆਉਣੀ ਆ ਜੇ ਆਪਾਂ ਗੁਰ ਕੇ ਚਰਨਾਂ ਨਾਲ ਜੁੜੇ ਰਹਾਂਗੇ, ਬਾਣੀ ਨਾਲ ਜੁੜੇ ਰਹਾਂਗੇ। ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਫਿਰ ਦੂਏ ਪਾਠ 'ਚ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।